ਸਭ ਸਰਬ-ਆਹਾਰੀ ਜੰਤੂਆਂ ਬਾਰੇ ਚਰਚਾ ਕਰ ਰਹੇ ਹਨ। ਸਮੀਰ ਨੇ ਕਰਨ ਨੂੰ ਪੁੱਛਿਆ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਜੰਤੂ ਸਰਬ-ਆਹਾਰੀ ਨਹੀਂ ਹੈ। ਤੁਹਾਡੇ ਹਿਸਾਬ ਨਾਲ ਕਰਨ ਨੇ ਕੀ ਉੱਤਰ ਦਿੱਤਾ ਹੋਵੇਗਾ? ਚੀਤਾ। ਮੈਰੀ ਨੇ ਰਮਨ ਨੂੰ ਕਿਹਾ, ਭੋਜਨ ਬਣਾਉਣ ਲਈ ਵਰਤੇ ਜਾਂਦੇ ਸਮਾਨ ਨੂੰ ਕੀ ਕਿਹਾ ਜਾਂਦਾ ਹੈ? ਕੱਚੀ ਸਮੱਗਰੀ। ਸਾਇੰਸ ਅਧਿਆਪਕ ਨੇ ਮੋਹਨ ਨੂੰ ਪੁੱਛਿਆ ਕਿ ਹੇਠ ਲਿਖੇ ਵਿੱਚੋਂ ਕਿਹੜੇ ਪੌਦੇ ਦੀ ਜੜ ਭੋਜਨ ਵਜੋਂ ਨਹੀਂ ਵਰਤੀ ਜਾਂਦੀ। ਤੁਹਾਡੇ ਅਨੁਸਾਰ ਮੋਹਨ ਨੇ ਕੀ ਉੱਤਰ ਦਿੱਤਾ ਹੋਵੇਗਾ? ਸਰੋਂ ਦਾ ਪੌਦਾ। ਰਾਮ ਅਧਿਆਪਕ ਤੋਂ ਪੁੱਛਦਾ ਹੈ ਕਿ ਉਹਨਾਂ ਜੰਤੂਆਂ ਨੂੰ ਅਸੀਂ ਕੀ ਕਹਿੰਦੇ ਹਾਂ ਜੋ ਛੋਟੇ ਕੀਟਾਂ ਨੂੰ ਖਾਂਦੇ ਹਨ। ਅਧਿਆਪਕ ਦਾ ਉੱਤਰ ਕੀ ਹੋਵੇਗਾ? ਕੀਟ ਆਹਾਰੀ। ਫੁੱਲਾਂ ਦੇ ਰਸ ਨੂੰ ਸ਼ਹਿਦ ਵਿੱਚੋਂ ਕੌਣ ਬਦਲਦਾ ਹੈ? ਮਧੂਮੱਖੀ। ਅਸੀਂ ਸਾਰੇ ਹੀ ਮਿੱਠੇ ਪਦਾਰਥ ਪਸੰਦ ਕਰਦੇ ਹਾਂ। ਕੀ ਤੁਸੀਂ ਦੱਸ ਸਕਦੇ ਹੋ ਕਿ ਗੰਨੇ ਦਾ ਕਿਹੜਾ ਭਾਗ ਖੰਡ ਬਣਾਉਣ ਲਈ ਵਰਤਿਆ ਜਾਂਦਾ ਹੈ? ਤਣਾ। ਹਿਰਨ ਸਿਰਫ ਘਾਹ ਹੀ ਖਾਂਦਾ ਹੈ, ਇਸ ਲਈ ਹਿਰਨ ਨੂੰ ਡੈਸ਼ ਕਹਿੰਦੇ ਹਨ? ਸ਼ਾਕਾਹਾਰੀ। ਮਧੂਮੱਖੀ ਦਾ ਛੱਤਾ ਮਧੂਮੱਖੀ ਦੇ ਰਹਿਣ ਦਾ ਸਥਾਨ ਹੈ। ਫੁੱਲਾਂ ਦੇ ਰਸ ਰੱਖਣ ਦਾ ਸਥਾਨ ਹੈ। ਊੜਾ ਅਤੇ ਐੜਾ ਦੋਨੇ। ਉਪਰੋਕਤ ਲਿਖਿਆਂ ਵਿੱਚੋਂ ਕਿਸ ਨੂੰ ਭੋਜਨ ਬਣਾਉਣ ਲਈ ਸੂਰਜ ਦੀ ਰੋਸ਼ਨੀ ਚਾਹੀਦੀ ਹੈ? ਨਾਰੀਅਲ ਦਾ ਪੌਦਾ। ਅਮਿਤ ਨੂੰ ਅਧਿਆਪਕ ਨੇ ਦੱਸਿਆ ਕਿ ਅਲੱਗ-ਅਲੱਗ ਪੌਦਿਆਂ ਦੇ ਅਲੱਗ-ਅਲੱਗ ਭਾਗ ਖਾਣਯੋਗ ਹੁੰਦੇ ਹਨ। ਕੀ ਤੁਸੀਂ ਅਮਿਤ ਨੂੰ ਦੱਸ ਸਕਦੇ ਹੋ ਕਿ ਪੌਦਿਆਂ ਦੇ ਕਿਹੜੇ ਭਾਗ ਖਾਣਯੋਗ ਹੁੰਦੇ ਹਨ? ਪੱਤੇ, ਫਲ, ਫੁੱਲ। ਉਪਰੋਕਤ ਸਾਰੇ। ਹੇਠ ਲਿਖਿਆਂ ਵਿੱਚੋਂ ਕਿਹੜੇ ਪੌਦੇ ਹਰੇ ਨਹੀਂ ਹੁੰਦੇ? ਖੁੰਭਾ। ਸੰਜੀਵ ਨੂੰ ਉਸ ਦੇ ਅਧਿਆਪਕ ਨੇ ਦੱਸਿਆ ਕਿ ਕੁਝ ਜੀਵ ਸ਼ਾਕਾਹਾਰੀ ਅਤੇ ਕੁਝ ਮਾਸਾਹਾਰੀ ਹੁੰਦੇ ਹਨ। ਹੇਠ ਲਿਖਿਆਂ ਵਿੱਚੋਂ ਤੁਸੀਂ ਸੰਜੀਵ ਨੂੰ ਦੱਸ ਸਕਦੇ ਹੋ ਕਿ ਕਿਹੜਾ ਜੀਵ ਸ਼ਾਕਾਹਾਰੀ ਹੈ? ਗਾਂ, ਕੁੱਤਾ, ਮਨੁੱਖ, ਬਿੱਲੀ। ਗਾਂ। ਰਾਮ ਨੂੰ ਉਸ ਦੇ ਮਿੱਤਰ ਨੇ ਦੱਸਿਆ ਕਿ ਕੁਝ ਜੀਵ ਮਾਂਸ ਖਾਂਦੇ ਹਨ। ਉਹਨਾਂ ਨੂੰ ਮਾਸਾਹਾਰੀ ਆਖਦੇ ਹਨ। ਕੀ ਤੁਸੀਂ ਹੇਠ ਲਿਖਿਆਂ ਵਿੱਚੋਂ ਰਾਮ ਨੂੰ ਮਾਸਾਹਾਰੀ ਜਾਨਵਰ ਦੱਸੋਗੇ? ਚੀਤਾ। ਸਾਨੂੰ ਪੌਦੇ ਕਈ ਤਰ੍ਹਾਂ ਦੇ ਭੋਜਨ ਪਦਾਰਥ ਦਿੰਦੇ ਹਨ। ਹੇਠ ਲਿਖਿਆਂ ਵਿੱਚ ਤੁਸੀਂ ਦੱਸ ਸਕਦੇ ਹੋ ਕਿ ਕਿਹੜੇ ਭੋਜਨ ਪਦਾਰਥ ਪੌਦਿਆਂ ਤੋਂ ਪ੍ਰਾਪਤ ਹੁੰਦੇ ਹੈ? ਅਨਾਜ, ਦਾਲਾਂ, ਤੇਲ। ਉਪਰੋਕਤ ਸਾਰੇ। ਹੇਠ ਲਿਖਿਆਂ ਵਿੱਚੋਂ ਦੱਸ ਸਕਦੇ ਹੋ ਕਿ ਕਿਹੜੇ ਪੌਦੇ ਦੀਆਂ ਜੜ੍ਹਾਂ ਖਾਣਯੋਗ ਹਨ? ਪਿਆਜ਼, ਅਦਰਕ, ਮੂਲੀ। ਉਪਰੋਕਤ ਸਾਰੇ। ਕੁਝ ਜੰਤੂ ਪੌਦੇ ਅਤੇ ਦੂਜੇ ਜੀਵਾਂ ਨੂੰ ਵੀ ਖਾ ਲੈਂਦੇ ਹਨ। ਕੀ ਤੁਸੀਂ ਅਜਿਹੇ ਜੰਤੂਆਂ ਬਾਰੇ ਦੱਸ ਸਕਦੇ ਹੋ ਕਿ ਇਹਨਾਂ ਜੰਤੂਆਂ ਨੂੰ ਕੀ ਆਖਦੇ ਹਨ? ਸਰਬ ਆਹਾਰੀ। ਮਹੇਸ਼ ਦੀ ਮਾਂ ਮਹੇਸ਼ ਨੂੰ ਪੁੰਗਰੇ ਹੋਏ ਬੀਜ ਖਾਣ ਨੂੰ ਕਹਿੰਦੀ ਹੈ ਕਿਉਂਕਿ ਇਹ ਬਹੁਤ ਤਾਕਤ ਦਿੰਦੇ ਹਨ। ਹੇਠ ਲਿਖਿਆਂ ਵਿੱਚੋਂ ਕਿਹੜੇ ਪੁੰਗਰੇ ਹੋਏ ਬੀਜ ਅਸੀਂ ਖਾਂਦੇ ਹਾਂ? ਮੂੰਗੀ ਦੀ ਦਾਲ, ਕਾਲੇ ਚਨੇ, ਸੋਇਆਬੀਨ ਦੀ ਦਾਲ। ਉਪਰੋਕਤ ਸਾਰੇ। ਰਾਮ ਆਪਣੇ ਅਧਿਆਪਕ ਤੋਂ ਪੁੱਛਦਾ ਹੈ ਕਿ ਮਨੁੱਖ ਨੂੰ ਅਸੀਂ ਕਿਸ ਸ਼੍ਰੇਣੀ ਵਿੱਚ ਰੱਖਦੇ ਹਾਂ? ਸਰਬ ਆਹਾਰੀ। ਸ਼ਹਿਦ ਦੀਆਂ ਮੱਖੀਆਂ ਸ਼ਹਿਦ ਕਿੱਥੋਂ ਬਣਾਉਂਦੀਆਂ ਹਨ? ਫੁੱਲਾਂ ਦੇ ਰਸ ਤੋਂ। ਪਾਠ ਨੰਬਰ 2, ਭੋਜਨ ਦੇ ਤੱਤ। ਫਸਟ ਕੁਐਸਚਨ, ਰਾਮ ਨੂੰ ਰਾਤ ਦੇ ਸਮੇਂ ਦਿਖਾਈ ਨਹੀਂ ਦਿੰਦਾ। ਦੱਸੋ ਉਸ ਨੂੰ ਇਹ ਰੋਗ ਕਿਸ ਵਿਟਾਮਿਨ ਦੀ ਘਾਟ ਕਾਰਨ ਹੋ ਸਕਦਾ ਹੈ? ਵਿਟਾਮਿਨ ਏ। ਸ਼ਾਮ ਪ੍ਰਯੋਗਸ਼ਾਲਾ ਵਿੱਚ ਕਾਪਰ ਸਲਫੇਟ ਅਤੇ ਕਾਸਟਿਕ ਸੋਡੇ ਦੇ ਘੋਲ ਦੀ ਵਰਤੋਂ ਕਰ ਰਿਹਾ ਹੈ। ਦੱਸੋ ਉਹ ਇਸ ਘੋਲ ਦੀ ਵਰਤੋਂ ਕਿਸ ਪਦਾਰਥ ਦੀ ਪਰਖ ਲਈ ਕਰ ਰਿਹਾ ਹੈ? ਕਾਰਬੋਹਾਈਡਰੇਟਸ। ਮੋਹਨ ਪ੍ਰਯੋਗਸ਼ਾਲਾ ਵਿੱਚ ਆਲੂ ਵਿੱਚ ਨਿਸ਼ਾਸਤੇ ਦੀ ਪਰਖ ਕਰਨਾ ਚਾਹੁੰਦਾ ਹੈ। ਦੱਸੋ ਉਹ ਕਿਸ ਘੋਲ ਦੀ ਵਰਤੋਂ ਕਰੇਗਾ? ਆਇਓਡੀਨ। ਮੋਹਿਤ ਪ੍ਰਯੋਗਸ਼ਾਲਾ ਵਿੱਚ ਪ੍ਰੋਟੀਨ ਯੁਕਤ ਭੋਜਨ ਪਦਾਰਥ ਵਿੱਚ ਕਾਪਰ ਸਲਫੇਟ ਅਤੇ ਕਾਸਟਿਕ ਸੋਡੇ ਦਾ ਘੋਲ ਪਾਉਂਦਾ ਹੈ, ਜਿਸ ਕਾਰਨ ਭੋਜਨ ਪਦਾਰਥ ਦਾ ਰੰਗ ਬਦਲ ਜਾਂਦਾ ਹੈ। ਦੱਸੋ ਭੋਜਨ ਪਦਾਰਥ ਦਾ ਰੰਗ ਕਿਹੋ ਜਿਹਾ ਹੋ ਜਾਵੇਗਾ? ਬੈਂਗਣੀ। ਸ਼ਾਮਲਤਾ ਰਸੋਈ ਵਿੱਚ ਕੰਮ ਕਰਦੀ ਹੋਈ ਅਚਾਨਕ ਡਿੱਗ ਪੈਂਦੀ ਹੈ। ਡਾਕਟਰ ਕੋਲ ਜਾਣ 'ਤੇ ਪਤਾ ਲੱਗਦਾ ਹੈ ਕਿ ਉਸ ਦੀਆਂ ਹੱਡੀਆਂ ਕਮਜ਼ੋਰ ਹਨ। ਡਾਕਟਰ ਉਸ ਨੂੰ ਕਿਹੜਾ ਵਿਟਾਮਿਨ ਲੈਣ ਲਈ ਕਹੇਗਾ? ਵਿਟਾਮਿਨ ਡੀ।
ਡਾਕਟਰ ਕੋਲ ਇੱਕ ਵਿਅਕਤੀ ਆਉਂਦਾ ਹੈ ਜਿਸ ਦਾ ਸਰੀਰ ਬਹੁਤ ਕਮਜ਼ੋਰ ਹੁੰਦਾ ਹੈ। ਡਾਕਟਰ ਉਸ ਨੂੰ ਕਿਸ ਤਰ੍ਹਾਂ ਦਾ ਭੋਜਨ ਖਾਣ ਲਈ ਕਹੇਗਾ? ਸੰਤੁਲਿਤ ਭੋਜਨ। ਸੰਤੁਲਿਤ ਭੋਜਨ ਉਹ ਭੋਜਨ ਹੁੰਦਾ ਹੈ ਜਿਸ ਵਿੱਚ ਸਾਰੇ ਪੋਸ਼ਕ ਤੱਤ ਉਚਿਤ ਮਾਤਰਾ ਵਿੱਚ ਮੌਜੂਦ ਹੁੰਦੇ ਹਨ। ਪੰਕਜ ਪ੍ਰਯੋਗਸ਼ਾਲਾ ਵਿੱਚ ਆਲੂ ਦੇ ਟੁਕੜੇ ਉੱਤੇ ਆਇਓਡੀਨ ਦੇ ਘੋਲ ਦੀਆਂ ਕੁਝ ਬੂੰਦਾਂ ਪਾਉਂਦਾ ਹੈ ਜਿਸ ਨਾਲ ਆਲੂ ਦੇ ਟੁਕੜੇ ਦਾ ਰੰਗ ਬਦਲ ਜਾਂਦਾ ਹੈ। ਦੱਸੋ ਰੰਗ ਵਿੱਚ ਕੀ ਤਬਦੀਲੀ ਆਉਂਦੀ ਹੈ? ਰੰਗ ਕਾਲਾ ਨੀਲਾ ਹੋ ਜਾਂਦਾ ਹੈ। ਦੱਸੋ ਹੇਠ ਲਿਖਿਆਂ ਵਿੱਚੋਂ ਸੰਪੂਰਨ ਭੋਜਨ ਪਦਾਰਥ ਕਿਹੜਾ ਹੈ? ਦੁੱਧ। ਪੈਰੀ ਡਾਕਟਰ ਕੋਲ ਜਾ ਕੇ ਕਹਿੰਦਾ ਹੈ ਕਿ ਉਸ ਨੂੰ ਰਾਤ ਦੇ ਸਮੇਂ ਦਿਖਾਈ ਨਹੀਂ ਦਿੰਦਾ, ਤਾਂ ਡਾਕਟਰ ਉਸ ਨੂੰ ਕਹਿੰਦਾ ਹੈ ਕਿ ਤੇਰੇ ਵਿੱਚ ਵਿਟਾਮਿਨ ਏ ਦੀ ਘਾਟ ਕਾਰਨ ਇੱਕ ਰੋਗ ਹੋ ਗਿਆ ਹੈ। ਦੱਸੋ ਉਸ ਨੂੰ ਵਿਟਾਮਿਨ ਏ ਦੀ ਘਾਟ ਕਾਰਨ ਕਿਹੜਾ ਰੋਗ ਹੋ ਗਿਆ ਹੈ? ਅੰਧਰਾਤਾ। ਸੁਮਿਤ ਆਪਣੇ ਸਰੀਰ ਵਿੱਚ ਊਰਜਾ ਦੀ ਘਾਟ ਮਹਿਸੂਸ ਹੋਣ 'ਤੇ ਡਾਕਟਰ ਕੋਲ ਜਾਂਦਾ ਹੈ। ਡਾਕਟਰ ਉਸ ਨੂੰ ਕਿਸ ਤਰ੍ਹਾਂ ਦਾ ਭੋਜਨ ਖਾਣ ਲਈ ਕਹਿੰਦਾ ਹੈ? ਕਾਰਬੋਹਾਈਡਰੇਟ ਅਤੇ ਚਰਬੀ ਯੁਕਤ। ਨਵਜੀਤ ਦੇ ਹੱਥ 'ਤੇ ਸੱਟ ਵੱਜੀ, ਉੱਥੇ ਲਾਲ ਰੰਗ ਦਾ ਲਹੂ ਨਿਕਲਿਆ। ਉਸਨੇ ਲਹੂ ਲਾਲ ਰੰਗ ਹੋਣ ਦਾ ਕਾਰਨ ਪੁੱਛਿਆ। ਤੁਸੀਂ ਇਸ ਦਾ ਕੀ ਕਾਰਨ ਸਮਝਦੇ ਹੋ? ਲਹੂ ਵਿੱਚ ਹੀਮੋਗਲੋਬਿਨ ਵਰਣਕ ਹੁੰਦਾ ਹੈ ਜਿਸ ਕਾਰਨ ਲਹੂ ਦਾ ਰੰਗ ਲਾਲ ਹੁੰਦਾ ਹੈ। ਸੰਤੁਲਿਤ ਖੁਰਾਕ ਵਿੱਚ ਕਿਹੜੇ ਪੋਸ਼ਕ ਤੱਤ ਹੁੰਦੇ ਹਨ? ਕਾਰਬੋਹਾਈਡਰੇਟ, ਚਰਬੀ, ਪ੍ਰੋਟੀਨ, ਵਿਟਾਮਿਨ, ਖਣਿਜ, ਉਪਰੋਕਤ ਸਾਰੇ। ਭੋਜਨ ਦੇ ਕਿਹੜੇ ਤੱਤ ਹਨ ਜੋ ਸਰੀਰ ਨੂੰ ਪਹਿਲਵਾਨਾਂ ਵਾਂਗ ਸਿਹਤਮੰਦ ਅਤੇ ਮਜ਼ਬੂਤ ਬਣਾਉਂਦੇ ਹਨ? ਪ੍ਰੋਟੀਨ, ਵਿਟਾਮਿਨ, ਊੜਾ ਅਤੇ ਐੜਾ ਦੋਵੇਂ। ਹੇਠਾਂ ਲਿਖੇ ਚਿੱਤਰ ਵਿੱਚ ਕਿਸ ਕਿਸਮ ਦਾ ਵਿਗਾੜ ਦਿਖਾਇਆ ਗਿਆ ਹੈ? ਗਿੱਲੜ ਰੋਗ ਜੋ ਆਪਣੇ ਗਲੇ 'ਚ ਹੁੰਦਾ ਹੈ। ਹੇਠਾਂ ਦਿੱਤੇ ਚਿੱਤਰ ਵਿੱਚ ਦਿਖਾਇਆ ਗਿਆ ਵਿਗਾੜ ਡੈਸ਼ ਦੀ ਘਾਟ ਕਾਰਨ ਹੁੰਦਾ ਹੈ। ਲੋਹਾ। ਰਾਮ ਇਹ ਜਾਣਨਾ ਚਾਹੁੰਦਾ ਹੈ ਕਿ ਸੰਤੁਲਿਤ ਖੁਰਾਕ ਕੀ ਹੈ। ਉਸ ਦੇ ਅਧਿਆਪਕ ਉਸ ਨੂੰ ਸਮਝਾਉਂਦੇ ਹਨ ਕਿ ਉਹ ਭੋਜਨ ਜਿਸ ਵਿੱਚ ਸ਼ਾਮਿਲ ਹੈ ਪ੍ਰੋਟੀਨ, ਕਾਰਬੋਹਾਈਡਰੇਟ, ਚਰਬੀ, ਵਿਟਾਮਿਨ, ਖਣਿਜ, ਉਪਰੋਕਤ ਸਾਰੇ। ਰਮੇਸ਼ ਨੇ ਇੱਕ ਆਲੂ ਕੱਟ ਕੇ ਆਲੂ ਵਿੱਚ ਇੱਕ ਛੋਟੀ ਖੋਲ ਬਣਾ ਲਈ। ਉਸ ਨੇ ਖੋਲ ਵਿੱਚ ਆਇਓਡੀਨ ਦਾ ਕੁਝ ਘੋਲ ਪਾ ਦਿੱਤਾ। ਇਸ ਦੀ ਮੌਜੂਦਗੀ ਕਾਰਨ ਰੰਗ ਬੈਂਗਣੀ ਹੋ ਜਾਂਦਾ ਹੈ। ਸਟਾਰਚ। ਸੁਨੀਲ ਉਹਨਾਂ ਪੌਸ਼ਟਿਕ ਤੱਤਾਂ ਬਾਰੇ ਜਾਣਨਾ ਚਾਹੁੰਦਾ ਹੈ ਜੋ ਵਿਕਾਸ ਲਈ ਮਹੱਤਵਪੂਰਨ ਹਨ। ਉਹ ਪੌਸ਼ਟਿਕ ਤੱਤ ਹਨ ਖਣਿਜ, ਪ੍ਰੋਟੀਨ, ਚਰਬੀ, ਉਪਰੋਕਤ ਸਾਰੇ। ਕੁਲਦੀਪ ਇਹ ਜਾਣਨਾ ਚਾਹੁੰਦਾ ਹੈ ਕਿ ਕਿਹੜਾ ਪੌਸ਼ਟਿਕ ਤੱਤ ਸਾਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ? ਵਿਟਾਮਿਨ। ਅਜੈਵੀਰ ਦਾ ਰੰਗ ਫਿੱਕਾ ਹੈ, ਭੁੱਖ ਵੀ ਘੱਟ ਲੱਗਦੀ ਹੈ। ਡਾਕਟਰ ਨੇ ਉਸ ਨੂੰ ਦੱਸਿਆ ਕਿ ਉਸ ਦੇ ਸਰੀਰ ਵਿੱਚ ਖੂਨ ਦੀ ਕਮੀ ਹੈ। ਉਸ ਦੇ ਸਰੀਰ ਵਿੱਚ ਕਿਸ ਦੀ ਕਮੀ ਹੋ ਗਈ ਹੈ? ਆਇਰਨ। ਅਧਿਆਪਕ ਵਿਦਿਆਰਥੀਆਂ ਨੂੰ ਦੱਸਦਾ ਹੈ ਕਿ ਮਨੁੱਖੀ ਸਰੀਰ ਵਿੱਚ ਲਗਭਗ ਪਾਣੀ ਹੁੰਦਾ ਹੈ 70%। ਪਾਠ ਨੰਬਰ 3 ਰੇਸ਼ਿਆਂ ਤੋਂ ਕੱਪੜਿਆਂ ਤੱਕ। ਕੱਪੜਾ ਕਿਸ ਤੋਂ ਬਣਦਾ ਹੈ? ਧਾਗੇ ਤੋਂ। ਪੁਰਾਣੇ ਸਮਿਆਂ ਵਿੱਚ ਕੱਪੜੇ ਡੈਸ਼ ਕਿਸਮ ਦੇ ਰੇਸ਼ਿਆਂ ਤੋਂ ਬਣਾਏ ਜਾਂਦੇ ਸਨ। ਕੁਦਰਤੀ। ਰੇਸ਼ਮ ਦੇ ਰੇਸ਼ੇ ਕਿਸ ਤੋਂ ਪ੍ਰਾਪਤ ਹੁੰਦੇ ਹਨ? ਰੇਸ਼ਮ ਦੇ ਕੀੜੇ ਦੇ ਕੋਕੂਨ ਤੋਂ। ਪਟਸਨ ਦੇ ਰੇਸ਼ੇ ਪਟਸਨ ਦੇ ਪੌਦੇ ਦੇ ਕਿਸ ਭਾਗ ਤੋਂ ਪ੍ਰਾਪਤ ਹੁੰਦੇ ਹਨ? ਤਣਾ। ਪੌਦੇ ਤੋਂ ਰੇਸ਼ੇ ਪ੍ਰਾਪਤ ਕਰਨ ਲਈ ਉਸ ਨੂੰ ਡੈਸ਼ ਵਿੱਚ ਰੱਖਿਆ ਜਾਂਦਾ ਹੈ, ਪਾਣੀ ਵਿੱਚ ਡੁਬੋ ਕੇ। ਰੂੰ ਪੌਦੇ ਦੇ ਡੈਸ਼ ਤੋਂ ਪ੍ਰਾਪਤ ਕੀਤੀ ਜਾਂਦੀ ਹੈ? ਫਲ। ਭਾਰਤ ਵਿੱਚ ਪਟਸਨ ਦੀ ਖੇਤੀ ਕਿਸ ਰੁੱਤ ਵਿੱਚ ਕੀਤੀ ਜਾਂਦੀ ਹੈ? ਗਰਮੀ। ਹੇਠ ਲਿਖਿਆਂ ਵਿੱਚੋਂ ਕਿਹੜਾ ਕੱਪੜਾ ਸੰਸ਼ਲਿਸ਼ਟ ਰੇਸ਼ੇ ਤੋਂ ਨਹੀਂ ਬਣਿਆ ਹੋਇਆ ਹੈ? ਰੇਸ਼ਮ। ਕੁਦਰਤੀ ਰੇਸ਼ਿਆਂ ਦੇ ਸਰੋਤ ਕਿਹੜੇ-ਕਿਹੜੇ ਹਨ? ਜਾਨਵਰ, ਪੇੜ ਪੌਦੇ, ਊੜਾ ਅਤੇ ਐੜਾ ਦੋਵੇਂ। ਉੱਨ ਭੇਡਾਂ ਅਤੇ ਬੱਕਰੀਆਂ ਤੋਂ ਇਲਾਵਾ ਹੋਰ ਕਿਹੜੇ ਜਾਨਵਰਾਂ ਤੋਂ ਪ੍ਰਾਪਤ ਹੁੰਦੀ ਹੈ? ਖਰਗੋਸ਼, ਊਠ, ਯਾਕ, ਉਪਰੋਕਤ ਸਾਰੇ। ਹੇਠ ਲਿਖਿਆਂ ਵਿੱਚੋਂ ਕਿਸ ਤੋਂ ਪੌਦਾ ਰੇਸ਼ਾ ਪ੍ਰਾਪਤ ਨਹੀਂ ਹੁੰਦਾ? ਰੇਸ਼ਮ ਦਾ ਕੀੜਾ। ਰੇਸ਼ਿਆਂ ਤੋਂ ਧਾਗਾ ਬਣਾਉਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ? ਕਤਾਈ।
ਦਰਸਾਏ ਹੋਏ ਚਿੱਤਰ ਵਿੱਚ ਮੋਹਨ ਦੀ ਮਾਤਾ ਜੀ ਕੀ ਤਿਆਰ ਕਰ ਰਹੇ ਹਨ? ਕੱਪੜਾ। ਸੂਤੀ ਕੱਪੜੇ ਤਿਆਰ ਕਰਨ ਲਈ ਹੇਠ ਲਿਖਿਆਂ ਵਿੱਚੋਂ ਕੀ ਹੋਣਾ ਜ਼ਰੂਰੀ ਹੈ? ਰੂੰ, ਚਰਖਾ, ਹੱਥ ਖੱਡੀ, ਉਪਰੋਕਤ ਸਾਰੇ। ਚਿੱਤਰ ਵਿੱਚ ਕਿਸ ਪ੍ਰਕਿਰਿਆ ਨੂੰ ਦਰਸਾਇਆ ਗਿਆ ਹੈ? ਬੁਣਾਈ। ਨਾਰੀਅਲ ਦੇ ਬਾਹਰੀ ਖੋਲ ਦੇ ਰੇਸ਼ਿਆਂ ਤੋਂ ਇਹਨਾਂ ਵਿੱਚੋਂ ਕੀ ਬਣਾਇਆ ਜਾ ਸਕਦਾ ਹੈ? ਬੈਗ, ਰੱਸੀਆਂ, ਮੈਟ, ਸਾਰੇ। ਪ੍ਰਾਚੀਨ ਕਾਲ ਵਿੱਚ ਭਾਰਤ ਵਿੱਚ ਰੂੰ ਨੂੰ ਵਧੇਰੇ ਕਿਸ ਨਦੀ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਉਗਾਇਆ ਜਾਂਦਾ ਸੀ? ਗੰਗਾ ਨਦੀ। ਲੋਕ ਪ੍ਰਾਚੀਨ ਕਾਲ ਵਿੱਚ ਪਹਿਨਣ ਲਈ ਹੇਠ ਲਿਖਿਆਂ ਵਿੱਚੋਂ ਕਿਸ ਸਮੱਗਰੀ ਦਾ ਉਪਯੋਗ ਕਰਦੇ ਸਨ? ਰੁੱਖਾਂ ਦੀ ਛਿੱਲੜ, ਵੱਡੇ ਵੱਡੇ ਪੱਤੇ, ਜਾਨਵਰ ਦੀ ਚਮੜੀ ਜਾਂ ਜੱਤ, ਉਪਰੋਕਤ ਸਾਰੇ। ਇਤਿਹਾਸਕਾਰਾਂ ਅਨੁਸਾਰ ਸਭ ਤੋਂ ਵੱਧ ਕਿਸ ਦੇਸ਼ ਵਿੱਚ ਸੂਤੀ ਕੱਪੜੇ ਦੀ ਵਰਤੋਂ ਕੀਤੀ ਜਾਂਦੀ ਸੀ? ਭਾਰਤ। ਸਨ ਕੀ ਹੈ? ਇਹ ਇੱਕ ਪੌਦਾ ਹੈ।